हालेलुया। आज का दिन उन्हें आवाज़ तो वास्ते दे दिता, ਉਹਦਾ ਸ਼ੁਕਰ ਉਹਦੀ ਵਡਿਆਈ ਕਰਦੇ ਆ, ਉਹਨੂੰ ਧੰਨ ਤੇ ਮੁਬਾਰਕ ਕਹਿੰਦੇ ਆ ਕਿ ਜੋ ਪਰਮੇਸ਼ਰ ਨੇ ਦੁੱਖਾਂ ਤੋਂ, ਬਿਮਾਰੀਆਂ ਤੋਂ, ਪਰੇਸ਼ਾਨੀਆਂ ਤੋਂ ਆਜ਼ਾਦ ਕਰਕੇ ਅੱਜ ਆਪਣੀ ਹਜ਼ੂਰੀ ਦੇ ਵਿੱਚ ਲੈ ਕੇ ਆਏ ਆ। ਪਰਮੇਸ਼ਰ ਦਾ ਆਈ ਹੋਈ ਸਾਰੀ ਸੰਗਤ ਦਾ MC ਦੀ ਅੱਜ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਵੇਖਾਂਗੇ ਕਿ ਸਾਨੂੰ ਆਪਣੇ ਮਨ ਦੀ, ਆਪਣੇ ਘਰ ਦੀ, ਆਪਣੇ ਮਨਾਂ ਦੀ ਰਾਖੀ ਕਿੱਦਾਂ ਕਰਨੀ ਚਾਹੀਦੀ ਆ, ਕਿਉਂਕਿ ਆਪਣੀਆਂ ਚੀਜ਼ਾਂ ਦੀ ਆਪਾਂ ਹਰ ਇੱਕ ਰਾਖੀ ਕਰਦੇ ਆ, ਪਰ ਕੀ ਆ ਕਿ ਅੱਜ ਆਪਾਂ ਵੇਖਾਂਗੇ ਕਿਉਂਕਿ ਸਾਡੇ ਦਿਲਾਂ ਦੇ ਵਿੱਚ, ਸਾਡੇ ਹਿਰਦਿਆਂ ਦੇ ਵਿੱਚ, ਸਾਡੇ ਮਨਾਂ ਦੇ ਵਿੱਚ ਕੋਈ ਹੋਰ ਖਿਆਲ ਚੱਲਦੇ ਹੁੰਦੇ ਆ, ਉਹਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਬੁਰਾਈਆਂ ਜਿਹੜੀਆਂ ਉਹ ਪਈਆਂ ਹੁੰਦੀਆਂ ਵਾ। ਚਾਰ हालेलुया 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 हे मेरे पुत्रो हालेलुया। हालेलुया इथे परमेश्वर दे वचन दे विच लिखिया, ए मेरे पुत्रो, धीआं ते पुत्तरां नूं दसण दिया है। परमेश्वर दे जिहड़े धीआं ते पुत्तर आ उन्हां नूं परमेश्वर दा वचन दस रिहा है, तुसी प्यो ते उपदेश सुनो, तुसी अपने प्यो दे उपदेश सुनो, अपनियां गल्लां सुनो, परमेश्वर दे वचन नूं सुनो जो कि परमेश्वर तुहानूं की आखदा है। अते समझ प्राप्त करना, ओ समझ प्राप्त करन, ओते मन लाओ, ओ गल्लां दे उत्ते मन लाओ, क्यों जो मैं तुहानूं चंगियां सिक्ख्या दिंदा हां। हालेलुया। हालेलुया इत्थे परमेश्वर दे वचन दे विच लिखिया कि ए बच्चो अपने प्यो दी आवाज़ नूं सुनो, परमेश्वर दी बाणी नूं सुनो, क्योंकि वो तुहानूं चंगियां चीज़ां देण दी सामर्थ रखदा है। परमेश्वर तुसी मेरी तालीम नूं ना छड्डो। हालेलुया हालेलुया तुसी मेरी तालीम नूं ना छड्डो, मेरे वचन नूं ना छड्डो, क्योंकि जदों तुहाडी जिंदगी दे विच परमेश्वर दा वचन होऊगा, ना दुख, ना मुसीबत, ना परेशानी होऊगी। जद मैं अपने प्यो दा पुत्तर, जदों कि मैं अपने प्यो दा पुत्तर, इत्थे दाऊद नबी दस रहा, अते अपनी मां दा कल्ला ही लाडला सां, मैं जदों कि कल्ला ही अपनी मां दा लाडला सां, तां ओहने मैनू सिखाया ते इह आख्या, मैनू उसने विखाया ते इह गल आखी, तेरे मन मेरियां गल्लां नूं फड़े, और तेरे मन जेड़ा वा ओ मेरियां गल्लां नूं फड़े। ये ना होवे कि इधर उधर दियां गल्लां लैके तुसी मन दे विच बैठे रहो, ये ना होवे कि तुसी अपनियां खराब चीज़ां नूं जेड़ा वा मन दे विच लैके ते बैठे रहो। तानू ये ना समझ लगे कि तुसी किद्दां कर सकदे जे। तू मेरे हुक्मां नूं मन, तू मेरे हुक्मां नूं, परमेश्वर दा वचन कहंदा मन, तां तू जीवेगा, तू जीवेगा, लंबी उम्र ताई जीवेगा जदों मेरे हुक्मां दी पालना करेगा, जदों मेरे हुक्मां दे अनुसार चलांगा। बुद्ध नूं प्राप्त कर, तू ए जेड़ी संसारिक बुद्ध नूं ना, तू आत्मिक बुद्ध नूं जेड़ा प्राप्त कर, समझ नूं भी प्राप्त कर, तू समझ नूं प्राप्त कर, मेरे वचनां नूं भुलाया ना। हालेलुया हालेलुया जे तू मेरे वचनां नूं भुलाया तू ते, अते ना उन्हां नूं मोड़ी, जेकर तू उन्हां नूं मोड़ दिता, ओहनूं ना छड्डी, उन्हां वचनां नूं छड्डी ना, तां ओह तेरियां रखियां करनगे, ਉਹ ਤੇਰੀ ਰੱਖਿਆ ਕਰਨਗੇ। ਜਦੋਂ ਵਚਨ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਊਗਾ, ਪਰਮੇਸ਼ਰ ਦੇ ਬੋਲ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਊਗੇ, ਹਾਲੇਲੂਇਆ ਦੇ ਨਾਰੇ ਲਾਓਗੇ, ਤੇ ਸ਼ੈਤਾਨ ਜਿਹੜਾ ਵਾ ਉਸੇ ਵੇਲੇ ਕੰਬ ਜਾਵੇਗਾ ਤੇ ਭੱਜ ਜਾਵੇਗਾ ਤੁਹਾਡੇ ਲਾਗੋ। हालेलुया ਹਾਂ अपने मन दी चौकसी कर, ਆਪਣੇ ਮਨ ਦੀ
ਚੌਕਸੀ ਕਰ, ਕਿਉਂ ਜੋ ਜਿਉਂ ਦੀਆਂ ਧਾਰਾਂ ਉਸੇ ਤੋਂ ਨਿਕਲਦੀਆਂ ਹਨ। ਹਾਲੇਲੂਇਆ। ਹਾਲੇਲੂਇਆ। ਆਪਣੇ ਮਨ ਦੀ ਚੌਕਸੀ ਕਰ, ਕਿਉਂਕਿ ਜਿਉਣ ਦੀਆਂ ਧਾਰਾਂ ਜਿਹੜੀਆਂ ਉਸੇ ਵਿੱਚੋਂ ਨਿਕਲਦੀਆਂ ਵਾ। ਕਿਉਂ ਜੋ ਜਿਉਂ ਦੀਆਂ ਧਾਰਾਂ ਉਸੇ ਤੋਂ ਨਿਕਲਦੀਆਂ ਹਨ। ਹਾਲੇਲੂਇਆ। ਜਿਉਣ ਦੀਆਂ ਧਾਰਾਂ ਜਿਹੜੀਆਂ ਉਸੇ ਤੋਂ ਨਿਕਲਦੀਆਂ ਹਨ। ਪੁੱਠਾ ਮੂੰਹ ਆਪ ਤੋਂ ਪਰੇ ਰੱਖ। ਹਾਲੇਲੂਇਆ। ਹਾਲੇਲੂਇਆ। ਪੁੱਠਾ ਮੂੰਹ ਆਪਣੇ ਤੋਂ ਪਰੇ ਰੱਖ। ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ ਪੁੱਠਾ ਮੂੰਹ ਕੀ ਆ, ਕਿ ਜਦੋਂ ਆਪਾਂ ਕੋਈ ਬੁਰੀਆਂ ਸੋਚਾਂ ਸੋਚਦੇ ਰਹਿੰਦੇ ਆ ਦਿਮਾਗ ਦੇ ਵਿੱਚ, ਉਹ ਸਾਡੇ ਮੂੰਹ ਦੇ ਵਿੱਚ ਆਉਣੀਆਂ ਕਿ ਪਤਾ ਨਹੀਂ ਇਹ ਗੱਲ ਸਾਡੇ ਜੀਵਨ ਦੇ ਵਿੱਚ ਹੋਊਗੀ ਕਿ ਨਹੀਂ ਹੋਊਗੀ, ਇਹ ਤੋਂ ਸਾਨੂੰ ਆਰਾਮ ਮਿਲੂਗਾ ਕਿ ਨਹੀਂ ਮਿਲੂਗਾ, ਇਹ ਸਾਡੇ ਵਾਸਤੇ ਕੁਝ ਕਰਨਗੇ ਕਿ ਨਹੀਂ ਕਰਨਗੇ। ਇਹ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਆਪਣਾ ਪੁੱਠਾ ਮੂੰਹ ਪਿੱਛੇ ਰੱਖ, ਕਿਉਂਕਿ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਜਦੋਂ ਤੁਸੀਂ ਬੋਲੋਗੇ ਚੰਗੀਆਂ ਗੱਲਾਂ ਤੇ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਉਹ ਚੰਗੇ ਹੀ ਕੰਮ ਤੁਹਾਡੇ ਜੀਵਨਾਂ ਦੇ ਵਿੱਚ ਹੋਣਗੇ। ਉਦੋਂ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਕਰੂਗਾ, ਉਹ ਕੰਮ ਕਰੂਗਾ ਜਿਹੜੇ ਕੰਮ ਤੁਸੀਂ ਚਾਹੁੰਦੇ ਜੇ। ਜਦੋਂ ਕਿ ਕਹੋਗੇ ਕਿ ਪਰਮੇਸ਼ਰ ਨੇ ਮੇਰੀ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਸਾਮਰਥੀ ਕੰਮ ਕਰ ਦਿੱਤੇ, ਉਦੋਂ ਹੀ ਹੋਣੇ ਸ਼ੁਰੂ ਹੋ ਜਾਣਗੇ, ਕਿਉਂਕਿ ਉਹ ਸਾਮਰਥੀ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਨ ਲਈ ਤਿਆਰ ਆ। ਜਦੋਂ ਕਿ ਆਪਾਂ ਇਹ ਬੁਰੀਆਂ ਗੱਲਾਂ ਨੂੰ ਬੋਲਦੇ ਰਹਿੰਦੇ ਆ ਕਿ ਪਤਾ ਨਹੀਂ ਇਹ ਹੋ ਸਕਦਾ ਕਿ ਨਹੀਂ ਹੋ ਸਕਦਾ, ਕਿਉਂਕਿ ਸ਼ੈਤਾਨ ਇਹ ਗੱਲਾਂ ਤੁਹਾਡੇ ਕੋਲੋਂ ਕਢਾਉਂਦਾ ਏ, ਇਹ ਗੱਲਾਂ ਬੁਲਾਉਂਦਾ ਏ ਕਿ ਇਹ ਪਰਮੇਸ਼ਰ ਨੂੰ ਨਾਮ ਨਾ ਦੇ ਸਕਣ ਉੱਚਾ, ਕਿ ਇਹ ਜਿੱਦਾਂ ਕਿ ਰੱਬ ਦੇ ਦਾਸ ਨੇ ਦੱਸਿਆ ਸੀ ਕਿ ਚੰਗੀਆਂ ਚੀਜ਼ਾਂ ਬੋਲਣ ਦੇ ਨਾਲ ਸਾਨੂੰ ਚੰਗੀਆਂ ਫਲ ਮਿਲਦੇ ਆ ਤੇ ਬੁਰੇ ਕੰਮ ਕਰਨ ਦੇ ਨਾਲ ਸਾਨੂੰ ਬੁਰਾਈਆਂ ਮਿਲਦੀਆਂ ਵਾ। ਜੇਕਰ ਅਸੀਂ ਚੰਗੇ ਕੰਮ ਕਰਾਂਗੇ, ਚੰਗਾ ਬੋਲਾਂਗੇ ਤੇ ਚੰਗੇ ਹੀ ਸਾਡੇ ਜੀਵਨ ਦੇ ਵਿੱਚ ਹੋਣਗੇ। ਜੇ ਚੰਗੀਆਂ ਸੋਚਾਂ ਨਾ ਸੋਚਾਂਗੇ, ਚੰਗਾ ਕਿਸੇ ਵਾਸਤੇ ਬੋਲਾਂਗੇ ਨਹੀਂ, ਤਾਂ ਕਦੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਸ਼ੈਤਾਨ ਜਿਹੜਾ ਵਾ ਉਹ ਕਦੇ ਵੀ ਉਹ ਸਾਡੀ ਜ਼ਿੰਦਗੀ ਦੇ ਵਿੱਚ ਚੰਗਿਆਈ ਨਹੀਂ ਦੇਵੇਗਾ, ਉਹ ਰੁਕਾਵਟਾਂ ਪਾਵੇਗਾ, ਉਹ ਦੱਬਣ ਦੀ ਕੋਸ਼ਿਸ਼ ਕਰੇਗਾ। ਪੜੀਏ। ਟੇਢੇ ਬੁੱਲ ਆਪ ਤੋਂ ਦੂਰ ਰੱਖ। ਹਾਲੇਲੂਇਆ। ਟੇਢੇ ਬੁੱਲ ਆਪਣੇ ਤੋਂ ਦੂਰ ਰੱਖ, ਕਿਉਂਕਿ ਟੇਢੇ ਬੁੱਲ ਕੀ ਆ ਕਿ ਅੱਜ ਆਪਾਂ ਵੇਖਦੇ ਆ ਕਿ ਬਹੁਤ ਸਾਰੇ ਸਾਹਮਣੇ ਕੁਝ ਹੋਰ ਗੱਲ ਕਰਦੇ ਆ ਤੇ ਬਾਅਦ ਵਿੱਚ ਕੁਝ ਹੋਰ ਗੱਲ ਕਰਦੇ ਆ। ਟੇਢੇ ਬੁੱਲ ਆਪਣੇ ਤੋਂ ਵੀ ਦੂਰ ਰੱਖ, ਕਿਉਂਕਿ ਉਹ ਟੇਢੇ ਬੁੱਲਾਂ ਦੇ ਨਾਲ ਪਰਮੇਸ਼ਰ ਖੁਸ਼ ਨਹੀਂ ਹੁੰਦਾ। ਉਹ ਜਿਹੜੇ ਸਹੀ ਚੱਲਣ ਵਾਲੇ ਆ ਉਹਨਾਂ ਦੇ ਨਾਲ ਚੱਲਦਾ ਹੈ ਪਰਮੇਸ਼ਰ ਤੇ ਉਹਨਾਂ ਜ਼ਿੰਦਗੀਆਂ ਦੇ ਵਿੱਚ ਕੰਮ ਕਰਦਾ ਹੈ ਪਰਮੇਸ਼ਰ। ਤੇਰੀਆਂ ਅੱਖਾਂ ਨੱਕ ਦੀ ਸਿੱਧੇ ਵੇਖਦੀਆਂ ਰਹਿਣ। ਹਾਲੇਲੂਇਆ। ਤੇਰੀਆਂ ਅੱਖਾਂ ਨੱਕ ਦੀ ਸਿੱਧੇ ਸਿੱਧੀਆਂ ਵੇਖਦੀਆਂ ਰਹਿਣ। ਜਿੱਦਾਂ ਕਿ ਇੱਕ ਨਿਸ਼ਾਨਾ ਲਾਉਣ ਵਾਲਾ ਤੀਰ ਕਮਾਨ ਧਨੁੱਖ ਨੂੰ ਫੜ ਕੇ ਤੇ ਆਪਣੀ ਅੱਖ ਦੇ ਨਿਸ਼ਾਨੇ ਨੂੰ ਤੀਰ ਨੂੰ ਸਿੱਧਾ ਕਰਦਾ ਏ, ਏਦਾਂ ਤੇਰੀਆਂ ਨਿਗਾਹ ਜਿਹੜੀਆਂ ਪਰਮੇਸ਼ਰ ਦੀ ਹਜ਼ੂਰੀ ਦੇ ਵੱਲ ਲੱਗੀਆਂ ਰਹਿਣ। ਇਹ ਨਾ ਹੋਵੇ ਕਿ ਤੈਨੂੰ ਕੋਈ ਸ਼ੈਤਾਨ ਦੇ ਵਿੱਚ, ਕਿਸ ਰੂਹ ਦੇ ਵਿੱਚ, ਤੁਹਾਡੇ ਆਪਣਿਆਂ ਦੇ ਵਿੱਚ ਹੀ ਕੋਈ ਸ਼ੈਤਾਨ ਆਣ ਕੇ ਇਹ ਗੱਲ ਕਵੇ ਕਿ ਲਓ ਜੀ ਤੁਹਾਨੂੰ ਇੱਥੋਂ ਕੋਈ ਫਾਇਦਾ ਨਹੀਂ ਹੋਣ ਡਿਆ, ਤੁਹਾਨੂੰ ਇੰਨੀ ਵਾਰ ਜਾਣ ਦੇ ਨਾਲ, ਐਦਾਂ ਕਰਨ ਦੇ ਨਾਲ ਫਾਇਦਾ ਨਹੀਂ ਹੋਣ ਡਿਆ, ਤੁਸੀਂ ਇੱਥੇ ਜਾ ਕੇ ਵੇਖ ਲਓ, ਇੱਥੋਂ ਗੱਲ ਕਰਾ ਲਓ, ਇੱਥੋਂ ਉਹਦੇ ਨਾਲ ਗੱਲ ਕਰ ਲੈਂਦੇ ਆ, ਕਿਉਂਕਿ ਉਹ ਤੁਸੀਂ ਜਾਣ ਸਕੋ ਕਿ ਉਹ ਜਿਹੜਾ ਸ਼ੈਤਾਨ ਆ ਉਹ ਤੁਹਾਡੇ ਵਾਸਤੇ ਰੁਕਾਵਟ ਪਾਉਣ ਡਿਆ ਵਾ ਕਿ ਜੇਕਰ ਇਹ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਚੱਲ ਗਏ, ਇਹਨਾਂ ਨੇ ਛੁਟਕਾਰਾ ਪਾ ਲੈਣਾ ਵਾ ਤੇ ਮੇਰਾ ਇਸ ਘਰ ਦੇ ਵਿੱਚੋਂ ਇਹ ਸਰੀਰ ਨੂੰ ਛੱਡਣਾ ਪੈਣਾ ਵਾ ਕਿ ਮੈਂ ਇਸ ਜਗ੍ਹਾ ਤੇ ਮੁੜ ਕੇ ਨਹੀਂ ਆ ਸਕਦਾ। ਪ੍ਰਭੂ ਯਿਸੂ ਮਸੀਹ ਦੇ ਵਸੀਲੇ ਦੇ ਨਾਲ ਮੈਂ ਇਹ ਜਗ੍ਹਾ ਨੂੰ ਛੱਡਣਾ ਪੈਣਾ ਵਾ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਵਚਨ ਦੇ ਵਿੱਚ ਕਿਹਾ ਮਤੀ 11:18 ਦੇ ਵਿੱਚ, ਇਹ ਸਾਰੇ ਭਾਰ ਥੱਲੇ ਥੱਕੇ ਮੰਦੇ ਲੋਕੋ
ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਆਰਾਮ ਦਊਂਗਾ। ਉਹ ਆਰਾਮ ਦੇਣ ਵਾਲਾ ਪ੍ਰਭੂ ਯਿਸੂ ਮਸੀਹ ਜਦੋਂ ਸਾਨੂੰ ਆਪਣੇ ਕੋਲ ਬੁਲਾਉਂਦਾ ਏ, ਉਹ ਦੁੱਖਾਂ ਤੋਂ, ਬਿਮਾਰੀਆਂ ਤੋਂ, ਸ਼ੈਤਾਨ ਦੀਆਂ ਤਾਕਤਾਂ ਤੋਂ ਛੁਟਕਾਰਾ ਦਿੰਦਾ ਏ। ਜਿਹੜਾ ਉਹਦੀ ਹਜ਼ੂਰੀ ਦੇ ਵਿੱਚ ਆਉਂਦਾ ਏ, ਉਹ ਨਜ਼ਾਕਤ ਤੇ ਮੁਕਤੀ ਪਾਉਂਦਾ ਏ। ਆਪਣੇ ਪੈਰਾਂ ਲਈ ਰਾਹ ਨੂੰ ਪੱਧਰਾ ਕਰ। ਹਾਲੇਲੂਇਆ। ਆਪਣੇ ਪੈਰਾਂ ਦੇ ਲਈ ਰਾਹ ਜਿਹੜਾ ਪੱਧਰਾ ਕਰ ਲਾ, ਪ੍ਰਾਰਥਨਾ ਦੇ ਵਿੱਚ ਲੱਗਾ ਰਹੋ, ਤਾਂ ਤੇਰੇ ਸਾਰੇ ਪੈ ਕਾਇਮ ਹੋਣਗੇ। ਹਾਲੇਲੂਇਆ। ਤੇਰੇ ਸਾਰੇ ਰਾਹ ਜਿਹੜੇ ਆ ਉਹ ਕਾਇਮ ਹੋ ਜਾਣਗੇ। ਨਾ ਸੱਜੇ ਨੂੰ ਮੁੜ, ਹਾਲੇਲੂਇਆ। ਨਾ ਤੂੰ ਸੱਜੇ ਨੂੰ ਮੁੜ, ਨਾ ਖੱਬੇ ਨੂੰ ਮੁੜ। ਨਾ ਖੱਬੇ ਨੂੰ ਮੁੜ। ਆਪਣੇ ਪੈਰ ਨੂੰ ਬੁਰਾਈ ਤੋਂ ਦੂਰ ਰੱਖ। ਹਾਲੇਲੂਇਆ। ਹਾਲੇਲੂਇਆ। ਆਪਣੇ ਪੈਰ ਬੁਰਾਈ ਤੋਂ ਬਹੁਤ ਦੂਰ ਕਰ ਲੈ। ਕਿਸ ਦੇ ਵਾਸਤੇ ਨਿੰਦਿਆ, ਚੁਗਲੀ, ਝੂਠ ਬੋਲਣਾ ਛੱਡ ਦੇ। ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਸਿੱਧਾ ਹੋ ਕੇ ਚੱਲ, ਕਿਉਂਕਿ ਉਹ ਦਿਨ ਦੂਰ ਨਹੀਂ ਗਏ ਜਦੋਂ ਕਿ ਅੱਜ ਤੂੰ ਆਪਣੇ ਦੁੱਖਾਂ ਤੇ ਬਿਮਾਰੀਆਂ ਨੂੰ ਨਾਲ ਲੈ ਕੇ ਆਉਣਾ ਏ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ, ਤੇ ਪਰਮੇਸ਼ਰ ਨੂੰ ਦੱਸਦਾ ਏ ਉਹ ਦਿਨ ਦੂਰ ਨਹੀਂ ਗਏ ਕਿ ਜਦੋਂ ਤੂੰ ਲੋਕਾਂ ਨੂੰ ਜਾ ਕੇ ਦੱਸਿਆ ਕਰੇਗਾ ਕਿ ਉਹ ਪਰਮੇਸ਼ਰ ਦੀ ਹਜ਼ੂਰੀ ਜਿਹੜੀ ਆ ਪਰਮੇਸ਼ਰ ਦੇ ਘਰ ਦੇ ਵਿੱਚ ਆ। ਉਹ ਪਰਮੇਸ਼ਰ ਦੇ ਕੋਲ ਜਾਣ ਦੇ ਨਾਲ ਦੁੱਖਾਂ ਤੋਂ, ਬਿਮਾਰੀਆਂ ਤੋਂ, ਪਰੇਸ਼ਾਨੀਆਂ ਤੋਂ ਆਜ਼ਾਦੀ ਮਿਲਦੀ ਆ। ਤੁਸੀਂ ਗਵਾਹੀਆਂ ਦਿਓਗੇ ਧਰਤੀ ਦੇ ਕੋਨੇ-ਕੋਨੇ ਤੇ ਜਾ ਕੇ ਪ੍ਰਭੂ ਯਿਸੂ ਮਸੀਹ ਦੇ ਤੁਸੀਂ ਗਵਾਹ ਬਣੋਗੇ। ਤੁਸੀਂ ਲੋਕਾਂ ਨੂੰ ਬਚਾਉਣ ਵਾਲੇ ਬਣ ਜਾਓਗੇ। ਹਾਂ 127 ਦੀ ਪਹਿਲੀ ਆਇਤ। ਹਾਲੇਲੂਇਆ। 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 ਜੇਕਰ ਯਾਵੇਂ ਹਾਲੇਲੂਇਆ। ਜੇਕਰ ਯਹੋਵਾ ਹੀ ਘਰ ਨਾ ਬਣਾਵੇ ਤਾਂ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ। ਇਹ ਬਣਾਉਣ ਵਾਲੇ ਦੀ ਮਿਹਨਤ ਜਿਹੜੀ ਵਿਅਰਥ ਹੈਗੀ। ਜੇਕਰ ਯਹੋਵਾ ਹੀ ਸ਼ਹਿਰ ਦੀ ਰਾਖੀ ਨਾ ਕਰੇ, ਜੇਕਰ ਯਹੋਵਾ ਹੀ ਸ਼ਹਿਰ ਦੀ ਰਾਖੀ ਨਾ ਕਰੇ ਤੇ ਰਾਖੇ ਦਾ ਜਾਗਣਾ ਵਿਅਰਥ ਆ। ਕਿਉਂਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ, ਕਿਉਂਕਿ ਘਰ ਤੇ ਆਪਾਂ ਬਣਾਉਨੇ ਆ, ਆਪਾਂ ਕਹਿੰਦੇ ਬਹੁਤ ਮਿਹਨਤ ਕੀਤੀ ਮੈਂ ਇਸ ਘਰ ਬਣਾਉਣ ਦੇ ਵਿੱਚ, ਪਰ ਕੀ ਆ ਜਦੋਂ ਪਰਮੇਸ਼ਰ ਸਾਨੂੰ ਸਾਮਰਥ ਤੇ ਸ਼ਕਤੀ ਦਿੰਦਾ ਏ ਉਦੋਂ ਹੀ ਆਪਾਂ ਘਰ ਬਣਾ ਸਕਦੇ ਆ, ਉਦੋਂ ਹੀ ਆਪਾਂ ਨਵੀਂ ਉਸਾਰੀ ਕਰ ਸਕਦੇ ਆ। ਨਵੀਂ ਉਸਾਰੀ ਇਹ ਘਰ ਬਣਾਉਣ ਦੇ ਨਾਲ ਹੀ ਨਹੀਂ ਕੱਲੀ, ਸਗੋਂ ਕਿ ਆਪਣੇ ਸਰੀਰਾਂ ਨੂੰ ਵੀ ਚੌਕਸ ਰੱਖਣ ਵਾਸਤੇ, ਆਪਣੇ ਸਰੀਰਾਂ ਨੂੰ ਬਚਾਉਣ ਵਾਸਤੇ ਆਪਾਂ ਨੂੰ ਹਰ ਵਕਤ ਇੱਕ ਤਿਆਰੀ ਦੇ ਵਿੱਚ ਲੱਗੇ ਰਹਿਣਾ ਚਾਹੀਦਾ ਏ। ਕਿੱਦਾਂ? ਕਿਉਂਕਿ ਜਦੋਂ ਅਸੀਂ ਨਵੇਂ ਸ਼ੁਰੂ ਹੁੰਦੇ ਆ, ਸਾਨੂੰ ਪਰਮੇਸ਼ਰ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਏ। ਜਿੰਨਾ ਸਮਾਂ ਵੀ ਜੋ ਕੁਝ ਵੀ ਆਪਾਂ ਨੂੰ ਬੋਲਣਾ ਆਉਂਦਾ ਏ, ਹਾਲੇਲੂਇਆ, ਧੰਨਵਾਦ ਯੀਸ਼ੂ ਤੇਰੇ ਲਹੂ ਦੇ ਦੁਆਰਾ ਮੈਂ ਬਚਾਇਆ ਗਿਆ ਵਾਂ, ਇਹ ਲਫ਼ਜ਼ ਲੈ ਕੇ ਆਪਣੇ ਤੁਰਦਿਆਂ ਫਿਰਦਿਆਂ ਘਰ ਦੇ ਵਿੱਚ ਬਹਿੰਦਿਆਂ ਖਲੋਂਦਿਆਂ, ਔਰ ਵਚਨ ਜਿਹੜਾ ਵਾ ਤੁਹਾਡੇ ਅੰਦਰ ਹੋਊਗਾ, ਉਹ ਮੰਨ ਲਓ ਕਿ ਪਰਮੇਸ਼ਰ ਵੀ ਤੁਹਾਡੇ ਅੰਦਰ ਆ। ਉਹ ਜਦੋਂ ਤੁਹਾਡੇ ਅੰਦਰ ਹੋਊਗਾ ਤੇ ਕਿਉਂਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ, ਜੇਕਰ ਯਹੋਵਾ ਹੀ ਘਰ ਨਾ ਬਣਾਵੇ ਤਾਂ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਆ। ਮੈਂ ਭਾਵੇਂ ਜਿੰਨੀਆਂ ਮਰਜ਼ੀ ਇਥੋਂ ਪ੍ਰਾਰਥਨਾ ਕਰੀ ਜਾਵਾਂ, ਕਿੰਨਾ ਮਰਜ਼ੀ ਮੈਂ ਇਥੋਂ ਜੋਸ਼ ਦੇ ਨਾਲ ਕਰੀ ਜਾਵਾਂ, ਪਰ ਕੀ ਆ ਜਦੋਂ ਤੁਸੀਂ ਆਪਣੇ ਮਨ ਦੇ ਅੰਦਰੋਂ, ਆਪਣੇ ਹਿਰਦੇ ਦੇ ਵਿੱਚੋਂ, ਆਪਣੇ ਸਰੀਰ ਦੇ ਨਾਲ, ਆਪਣੇ ਬੁੱਲਾਂ ਦੇ ਨਾਲ ਜਦੋਂ ਪਰਮੇਸ਼ਰ ਨੂੰ ਧੰਨਵਾਦ ਦੀ ਭੇਟ ਨਹੀਂ ਚੜਾਓਗੇ, ਆਪਣੇ ਘਰਾਂ ਦੇ ਵਿੱਚ ਨਹੀਂ ਸੱਦੋਗੇ, ਉਦੋਂ ਤੱਕ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਇਹ ਘਰ, ਇਹ ਸਰੀਰ, ਇਹ ਜਿਹੜੇ ਹਿਰਦੇ ਆ ਉਹ ਮਜ਼ਬੂਤ ਨਹੀਂ ਹੋਣਗੇ। ਤੁਹਾਡੇ ਸ਼ੈਤਾਨੀ ਕੰਮ ਖਤਮ ਨਹੀਂ ਹੋਣਗੇ ਜਦੋਂ ਤੱਕ ਪਰਮੇਸ਼ਰ ਨੂੰ ਆਪ ਨਾ ਪੁਕਾਰੋਗੇ। ਜੇਕਰ ਯਹੋਵਾ ਇਸ ਸ਼ਹਿਰ ਦੀ ਰਾਖੀ ਨਾ ਕਰੇ, ਜੇਕਰ ਯਹੋਵਾ ਪਰਮੇਸ਼ਰ ਇਹ ਸਰੀਰਾਂ ਦੀ, ਤੁਹਾਡੇ ਘਰਾਂ ਦੀ, ਤੁਹਾਡੇ ਪਰਿਵਾਰਾਂ ਦੀ ਰਾਖੀ ਨਾ ਕਰੇ ਤਾਂ ਰਾਖੇ ਦਾ ਜਾਗਣਾ ਵਿਅਰਥ ਹੈ। ਹਾਲੇਲੂਇਆ। ਬੇਸ਼ੱਕ ਮੇਰੇ ਅਰਗੇ ਹੋਰ ਵੀ ਕਈ ਪਾਸਟਰ ਜਿਹੜੇ ਆ ਉਸ ਜਗ੍ਹਾ ਤੇ ਜਾ ਕੇ ਪ੍ਰਾਰਥਨਾ ਕਰ ਲੈਣ, ਜਾ ਕੇ ਉਸ ਜਗ੍ਹਾ ਤੇ ਬੈਠੇ ਰਹਿਣ, ਪਰ ਜਦੋਂ ਕਿ ਤੁਸੀਂ ਖੁਦ ਆਪ ਪ੍ਰਾਰਥਨਾ ਕਰਨ ਵਾਲੇ ਹੋਗੇ, ਤੁਸੀਂ ਯੋਧੇ ਬਣ ਜਾਓਗੇ। ਕਿਉਂਕਿ
परमेश्वर दे वचन दे विच लिखिया कि यहोवा ही घर ना बनावे तां बनाउण वाले दी मेहनत व्यर्थ आ, क्योंकि यहोवा ही शहर दी राखी ना करे ते राखे दा जागना व्यर्थ आ। क्योंकि परमेश्वर दे वचन दे विच लिखिया कि राखी साडी परमेश्वर तां ही करूगा जदों असीं परमेश्वर नूं हर एक गल दे विच लै के चलांगे, हर एक गल नूं परमेश्वर नूं अगे रख के चलांगे ते परमेश्वर साडी जिंदगी दे विच हर वक्त वो नवें तो नवें नवें सिरियों हर एक गल्लां नवीआं ही पाऊगा ते नवें चंगे काम होणगे साडी जिंदगी दे विच। ਤੁਹਾਡਾ ਸਵੇਰ ਦਾ ਉੱਠਣਾ ਅਤੇ ਅਵੇਰ ਤੀਕ ਬੈਠੇ ਰਹਿਣਾ। ਹਾਲੇਲੂਇਆ। ਜਦੋਂ ਤੁਸੀਂ ਸਵੇਰ ਨੂੰ ਉੱਠਦੇ ਜੇ, ਉੱਠ ਕੇ ਤੇ ਰੱਬ ਨੂੰ ਧੰਨਵਾਦ ਦੀ ਭੇਟ ਚੜਾਓ। ਬੇਸ਼ੱਕ ਤੁਸੀਂ ਦਿਨ ਦੇ ਵੇਲੇ ਨਹੀਂ ਰੱਬ ਦਾ ਨਾਮ ਲੈਂਦੇ ਤੇ ਬੇਸ਼ੱਕ ਤੁਸੀਂ ਦੁਪਹਿਰ ਨੂੰ ਕਿਸ ਵੇਲੇ ਵੀ ਤੁਸੀਂ ਬੈਠੇ ਰਹਿੰਦੇ ਜੇ, ਇਹ ਜਿੰਨੀ ਮਰਜ਼ੀ ਕਹਿੰਦੇ ਰਹਿੰਦੇ ਜੇ परमेश्वर ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਬਹੁਤ ਗੱਲਾਂ ਕਰਦੇ ਆ ਕਿ ਅਸੀਂ ਪਰਮੇਸ਼ਰ ਦੇ ਨਾਲ ਜੁੜੇ ਰਹਿੰਦੇ ਆ, ਪਰ ਕੀ ਆ ਉਹ ਵਿਰਥ ਆ। ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਕਿ ਜਿਹੜਾ ਸਵੇਰ ਦੇ ਟਾਈਮ ਨਾਲ ਪਰਮੇਸ਼ਰ ਨੂੰ ਯਾਦ ਨਹੀਂਗਾ ਕਰਦਾ ਉਹਦਾ ਵਿਰਥ ਆ। ਦਿਨ ਰਾਤ ਬੈਠੇ ਰਹਿਣਾ ਉਹ ਵਿਰਥ ਆ। ਉਹ ਦੁੱਖਾਂ ਦੀ ਰੋਟੀ ਖਾਣਾ, ਉਹ ਮੁਸੀਬਤਾਂ ਦੇ ਵਿੱਚ ਪੈਣਾ ਉਹ ਵਿਰਥ ਆ। ਤੁਹਾਡਾ ਸਵੇਰ ਦਾ ਉੱਠਣਾ ਅਵੇਰ ਤੀਕ ਬੈਠੇ ਰਹਿਣਾ। ਹਾਲੇਲੂਇਆ। ਸਵੇਰ ਤੋਂ ਉੱਠ ਕੇ ਤੇ ਵਿਰਥ ਤੱਕ ਬੈਠੇ ਰਹਿਣਾ ਤੇ ਦੁੱਖਾਂ ਦੀ ਰੋਟੀ ਖਾਣੀ ਵਿਅਰਥ ਹੈ। ਦੁੱਖਾਂ ਦੀ ਰੋਟੀ ਖਾਣੀ ਉਹ ਵੀ ਵਿਰਥ ਆ। ਤੁਸੀਂ ਇਹ ਦੁਨਿਆਵੀ ਰੋਟੀ ਤਾਂ ਖਾਂਦੇ ਜੇ, ਪਰਮੇਸ਼ਰ ਦਾ ਵਚਨ ਕਹਿੰਦਾ, ਦਾਊਦ ਨਬੀ ਕਹਿੰਦਾ ਕਿ ਤੁਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਰੋਟੀ ਖਾਓ, ਪਰਮੇਸ਼ਰ ਦੀ ਬਾਣੀ ਨੂੰ ਪੜੋ। ਜਦੋਂ ਪਰਮੇਸ਼ਰ ਦੀ ਬਾਣੀ ਤੁਹਾਡੇ ਅੰਦਰ ਹੋਵੇਗੀ ਪਰਮੇਸ਼ਰ ਤੁਹਾਡੀ ਰੱਖਿਆ ਕਰੇਗਾ। ਉਹ ਤਾਂ ਆਪਣੇ ਪ੍ਰੀਤਮ ਨੂੰ ਨੀਂਦ ਵਿੱਚ ਦਿੰਦਾ ਹੈ। ਹਾਲੇਲੂਇਆ। ਉਹ ਆਪਣੇ ਪ੍ਰੀਤਮ ਨੂੰ ਦਿੰਦਾ ਵਾ, ਜਿਹੜੇ ਉਹਦੀ ਆਵਾਜ਼ ਨੂੰ ਸੁਣਦੇ ਆ, ਜਿਹੜੇ ਸਵੇਰ ਨੂੰ ਉੱਠ ਕੇ ਉਹਦੀ ਧੰਨਵਾਦ ਦੀ ਭੇਟ ਦਿੰਦੇ ਆ। ਉਹ ਪਰਮੇਸ਼ਰ ਉਹਨਾਂ ਜ਼ਿੰਦਗੀਆਂ ਦੇ ਵਿੱਚ ਵੱਡੇ ਤੇ ਸਾਮਰਥੀ ਕੰਮ ਕਰਦਾ ਏ। ਹਾਲੇਲੂਇਆ। ਇਸੇ ਤਰ੍ਹਾਂ ਵੇਖੀਏ ਯਸ਼ਾਇਆ 9:6 ਸਾਡੇ ਲਈ ਤਾਂ ਇੱਕ ਬਾਲਕ ਜੰਮਿਆ। ਹਾਲੇਲੂਇਆ। ਇੱਥੇ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਕਿ ਸਾਡੇ ਲਈ ਤਾਂ ਇਹ ਇੱਕ ਬਾਲਕ ਜੰਮਿਆ ਹੈ ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ ਹੈ। ਹਾਲੇਲੂਇਆ। परमेश्वर ने एक पुत्र दिता है जिदा नाम प्रभु यीशु मसीह आ। ਹਾਲੇਲੂਇਆ। हालेलुया। ਉਹ ਮੇਰੇ ਜਾਣਨ ਤੋਂ ਇਨਕਾਰ ਕਰਦੇ ਹਨ। ਹਾਲੇਲੂਇਆ। ਇਥੇ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਯਸ਼ਾਇਆ ਦੇ ਵਿੱਚ 9:6 ਦੇ ਵਿੱਚ ਕਾਰਨ ਉਹ ਮੇਰੇ ਜਾਣਨ ਤੋਂ ਇਨਕਾਰ ਕਰਦੇ ਹਨ। ਉਹ ਮੇਰੇ ਜਾਣਨ ਤੋਂ ਇਨਕਾਰ ਕਰਦੇ ਹਨ। ਯਹੋਵਾ ਦਾ ਵਾਕ ਹੈ। ਇਹ ਯਹੋਵਾ ਪਰਮੇਸ਼ਰ ਦਾ ਤੁਹਾਡੇ ਨਾਲ ਵਾਕ ਹੈ। ਇਸ ਲਈ ਸੈਨਾ ਦਾ ਯਹੋਵਾ ਐਂ ਫਰਮਾਉਂਦਾ ਹੈ। ਸੈਨਾ ਦਾ ਯਹੋਵਾ ਏਦਾਂ ਕਹਿੰਦਾ ਹੈ ਤੁਹਾਨੂੰ, ਵੇਖੋ ਮੈਂ ਉਹਨਾਂ ਨੂੰ ਤਾਵਾਂਗਾ, ਵੇਖੋ ਮੈਂ ਇਹਨਾਂ ਨੂੰ ਤਾਵਾਂਗਾ ਅਤੇ ਉਹਨਾਂ ਨੂੰ ਪਰਖਾਂਗਾ। ਉਹਨਾਂ ਨੂੰ ਮੈਂ ਪਰਖਾਂਗਾ। ਕਿਹਨਾਂ ਨੂੰ ਪਰਖੇਗਾ? ਜਿਹੜੇ ਯਹੋਵਾ ਪਰਮੇਸ਼ਰ ਤੇ ਭਰੋਸਾ ਰੱਖਦੇ ਆ, ਨੇਚਾ ਰੱਖਦੇ ਆ, ਉਹਨਾਂ ਨੂੰ ਪਰਮੇਸ਼ਰ ਕਹਿੰਦਾ ਮੈਂ ਪਰਖਾਂਗਾ। ਆਪਣੀ ਪਰਜਾ ਲਈ ਮੇਰੇ ਅੱਗੇ ਕਰਨ ਨੂੰ ਹੋਰ ਕੀ ਹੈ। ਹਾਲੇਲੂਇਆ। ਪਰਮੇਸ਼ਰ ਕਹਿੰਦਾ ਮੈਂ ਅੱਗੇ ਵੇਖਾਂਗਾ, ਮੇਰੀ ਪਰਜਾ ਦੇ ਲਈ ਹੋਰ ਅੱਗੇ ਕਰਨ ਨੂੰ ਕੀ ਆ, ਕਿੱਦਾਂ ਦੇ ਕੰਮ ਹੋਰ ਹੋ ਸਕਦੇ ਆ, ਕਿਹੜੀਆਂ ਕਿਹੜੀਆਂ ਬਰਕਤਾਂ ਮੈਂ ਇਹਨਾਂ ਨੂੰ ਦੇਣੀਆਂ ਵਾ। ਉਹ ਪਰਮੇਸ਼ਰ ਯਹੋਵਾ ਕਹਿੰਦੇ ਮੈਂ ਅੱਗੇ ਆਪਣੀ ਪਰਜਾ ਦੇ ਲਈ ਕਰਨ ਦੇ ਵਾਸਤੇ ਹੋਰ ਨਵੀਆਂ ਨਵੀਆਂ ਸੋਚਾਂਗਾ। ਇਸੇ ਤਰ੍ਹਾਂ ਵੇਖੀਏ ਪਹਿਲੀ ਆਇਤ ਵੇਖ ਲਈਏ। ਹਾਲੇਲੂਇਆ। ਹਾਲੇਲੂਇਆ।
इथे तो हालेलुया मेरी जान परमेश्वर ही दे अगे चुपचाप है। हालेलुया मेरी जान जेड़ी आ परमेश्वर दे अगे चुपचाप आ। मेरा बचाव उससे वल्लों है। हालेलुया क्योंकि यहोवा परमेश्वर दे वचन दे विच लिखिया दाऊद नबी कहंदे आ कि मेरा जेड़ा बचाव आ ओ परमेश्वर वालों ही आ। ओह ही मेरी चट्टान ते मेरा बचाव है। ओह मेरी चट्टान ते मेरा बचाव आ। ओह मेरा उच्चा गढ़ है। ओ मेरा उच्चा गढ़ आ। मैं बहुता ना डोलांगा। मैं कदे भी डोलांगा नहीं इन्हां गल्लां तो। तुसी कद तोड़ी एक मनुख उत्ते हल्ला करदे होवोगे। तुसी कदों ताईं एक मनुख उत्ते हल्ला करोगे ਤਾਂ ਜੋ ਤੁਸੀਂ ਸਭ ਮਿਲ ਕੇ ਉਸ ਨੂੰ ਵੱਢ ਸੁੱਟੋ। ਹਾਲੇਲੂਇਆ ਜਿੱਦਾਂ ਕਿ ਤੁਸੀਂ ਸੋਚਦੇ ਕਿ ਤੁਸੀਂ ਸਾਰੇ ਮਿਲ ਕੇ ਇੱਕ ਮਨੁੱਖ ਨੂੰ ਤੁਸੀਂ ਵੱਢ ਸੁੱਟੋ। ਹਾਂ ਝੁਕੀ ਹੋਈ ਕੰਧ ਤੇ ਹੈਵੀ ਹੋਈ ਵਾੜ ਵਰਗਾ ਹੈ। ਹਾਲੇਲੂਇਆ ਝੁਕੀ ਹੋਈ ਕੰਧ ਦੀ ਤੇ ਹੈਵੀ ਹੋਈ ਵਾੜ ਵਰਗਾ ਵਾ। ਉਹ ਮਤਾ ਪਕਾਉਂਦੇ ਆ ਆਪਣੇ ਘਰਾਂ ਦੇ ਵਿੱਚ ਬਹਿ ਕੇ ਉਹ ਮਤਾ ਪਕਾਉਂਦੇ ਆ ਵੀ ਕਿੱਦਾਂ ਇਹਨੂੰ ਆਪਾਂ ਝੁਕਾ ਸਕੀਏ ਕਿੱਦਾਂ ਇਹਨੂੰ ਦੱਬ ਸਕਦੇ ਆ। ਉਸ ਇਨਸਾਨ ਨੂੰ ਜਿਹੜਾ ਕਿ ਪਰਮੇਸ਼ਰ ਤੇ ਭਰੋਸਾ ਨਹੀਂ ਰੱਖਦਾ ਉਹਦੇ ਵੈਰੀ ਜਿਹੜੇ ਆ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ। ਨਿਰਾਈ ਉਹਨੂੰ ਉਸ ਦੀ ਪਦਵੀ ਤੋਂ ਡੇਗ ਦੇ। ਹਾਲੇਲੂਇਆ ਨਿਰਾ ਇਹੋ ਨਹੀਂ ਕਿ ਉਹਦੀ ਪਦਵੀ ਤੋਂ ਉਹਨੂੰ ਸੁੱਟ ਦੇਣ ਕਿਉਂਕਿ ਉਹਦਾ ਪਰਿਵਾਰ ਜਿਹੜਾ ਉਹਦੇ ਨਾਲ ਚੱਲਦਾ ਵਾ ਉਹਦੇ ਦੂਜੇ ਜੀ ਜਿਹੜੇ ਆ ਉਹਦੇ ਨਾਲ ਹੋ ਕੇ ਚੱਲਦੇ ਆ। ਹੋ ਸਕੇ ਤੇ ਇਹਦੇ ਪਰਿਵਾਰ ਵਾਲੇ ਵੀ ਇਹਨੂੰ ਛੱਡ ਦੇਣ ਇਹਦਾ ਸਾਰਾ ਪਰਿਵਾਰ ਸਾਥ ਛੱਡ ਦੇਵੇ ਇਹਨੂੰ ਕੋਈ ਵੀ ਚੰਗਾ ਨਾ ਚਾਹਵੇ ਇਹਨੂੰ ਦੱਬ ਦਿੱਤਾ ਜਾਵੇ ਦਬਾਇਆ ਜਾਵੇ। ਉਹ ਝੂਠ ਨੂੰ ਪਸੰਦ ਕਰਦੇ ਹਨ। ਉਹ ਝੂਠ ਬੋਲਣ ਵਾਲੇ ਝੂਠ ਨੂੰ ਪਸੰਦ ਕਰਦੇ ਆ। ਮੂੰਹ ਤੋਂ ਉਹ ਆਸ਼ੀਸ਼ ਦਿੰਦੇ ਹਨ। ਉਹ ਸਾਹਮਣੇ ਜਦੋਂ ਆਉਂਦੇ ਆ ਉਦੋਂ ਕਹਿੰਦੇ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਤੁਸੀਂ ਆਸ਼ੀਸ਼ ਪਾਉਣ ਵਾਲੇ ਹੋ ਧੀਆਂ ਪੁੱਤਰਾਂ ਦੇ ਵਿੱਚ ਵਧੋ ਤੁਸੀਂ ਬਰਕਤ ਪਾਉਣ ਵਾਲੇ ਬਣ ਜਾਓ। ਉਹ ਲੋਕਾਂ ਦੇ ਸਾਹਮਣੇ ਦੁਨੀਆ ਦੇ ਸਾਹਮਣੇ ਤੁਹਾਡੇ ਸਾਹਮਣੇ ਉਹ ਇਹ ਗੱਲਾਂ ਬੋਲਦੇ ਆ ਪਰ ਅੰਦਰੋਂ ਸ਼ਰਾਬ ਦਿੰਦੇ ਹਨ। ਹਾਲੇਲੂਇਆ ਉਹ ਅੰਦਰ ਸ਼ਰਾਪ ਲੈ ਕੇ ਬੈਠੇ ਹੋਏ ਤੁਹਾਡੇ ਵਾਸਤੇ ਜਦੋਂ ਕਿ ਤੁਸੀਂ ਉਹਨਾਂ ਤੋਂ ਦੂਰ ਹੋ ਜਾਂਦੇ ਜੇ ਉਹ ਸ਼ਰਾਪ ਦਿੰਦੇ ਆ ਤੁਹਾਨੂੰ। हे मेरी जान हे मेरी जान तू परमेश्वर ही दे अगे चुपचाप रहो। हालेलुया ਸਾਨੂੰ ਇਹ ਗੱਲ ਕਹਿਣੀ ਚਾਹੀਦੀ ਆ ਆਪਣੀ ਜਾਨ ਨੂੰ ਕਿ ਤੂੰ ਪਰਮੇਸ਼ਰ ਦੇ ਅੱਗੇ ਚੁੱਪਚਾਪ ਹੋ ਕੇ ਬੈਠ ਜਾ। क्यों जो मेरी तांग उससे वल्लों है। हालेलुया मेरा जेड़ा बचाव आ सिर्फ और सिर्फ यहोवा परमेश्वर वालों ही आ। ओह ही मेरी चट्टान ते मेरा बचाव है। हालेलुया ओह मेरी चट्टान ते मेरा बचाव आ। मैं ना डोलांगा। मैं कदी ना डोलांगा। आमीन। हाले ਇਹ ਜਿਹੜੇ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਕਿਉਂਕਿ ਮੇਰਾ ਬਚਾਓ ਮੇਰਾ ਗੜ ਜਿਹੜਾ ਪਰਮੇਸ਼ਰ ਹੀ ਆ ਕਿਉਂਕਿ ਮੇਰਾ ਬਚਾਅ ਕਰਨ ਵਾਲਾ ਮੇਰਾ ਯਹੋਵਾ ਪਰਮੇਸ਼ਰ ਆ। ਮੈਂ ਕਦੇ ਵੀ ਡਰਾਂਗਾ ਨਹੀਂ ਕਦੇ ਵੀ ਤਿਆਗਾਂਗਾ ਨਹੀਂ। ਮੈਂ ਇਹਨਾਂ ਚੀਜ਼ਾਂ ਦੇ ਉੱਤੇ ਅੱਜ ਮੇਰੇ ਤੇ ਹੈ ਵੀ ਆ ਮੈਂ ਪਰਮੇਸ਼ਰ ਦੇ ਨਾਲ ਲੱਗਾ ਰਵਾਂਗਾ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਲੱਗਾ ਰਵਾਂਗਾ परमेश्वर का धन्यवाद करांगा ते एक दिन परमेश्वर मेरी जिंदगी दे विच इदां दे काम करूगा कि ओ यहोवा परमेश्वर जेड़ा वा मेरी जिंदगी दे विच इदां दे काम करन दी सामर्थ रखदा। मैं ना डरांगा ना घबरावांगा क्योंकि ओ यहोवा परमेश्वर मेरी जिंदगी दे विच वड्डे वड्डे सामर्थी काम करेगा। परमेश्वर का धन्यवाद करदे आ जिन्ना समा भी आपां परमेश्वर की बाणी नूं सुनिया और इस सुने वचन दे उत्ते और सुने दे उत्ते पढ़े दे उत्ते और परमेश्वर का धन्यवाद करते हाँ सारे ही सुनने वालियां नूं और परमेश्वर दे तमाम लोकां नूं सारियां नूं जय मसीह दी आमीन हालेलुया। आओ